ਮੈਨੂੰ ਤੁਹਾਡੇ ਬਹੁਤ ਫੋਨ ਵੀ ਆਉਂਦੇ, ਈਮੇਲ ਵੀ ਆਉਂਦੇ। ਤੁਹਾਨੂੰ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੈ। ਸਾਡੇ ਇਸ ਪ੍ਰੋਗਰਾਮ 'ਚ ਹਮੇਸ਼ਾ ਸਾਡੇ ਨਾਲ ਸਾਡੇ ਨਿਰਵੈਰ ਭਾਈ ਸਾਹਿਬ ਜੀ, ਜਿਹੜੇ ਇਨ ਸਭ ਪ੍ਰਸ਼ਨਾਂ ਦਾ ਹੱਲ ਦੇਣ ਵਾਸਤੇ ਅਨੁਭਵ ਮੂਰਤੀ ਆ। ਆਈਏ ਸਵਾਗਤ ਕਰਦੇ ਹਾਂ ਸਾਡੇ ਨਿਰਵੈਰ ਭਾਈ ਸਾਹਿਬ ਦਾ ਇਸ ਕਰਤਾ ਪੁਰਖ 'ਚ। ਭਾਜੀ, ਤੁਹਾਡਾ ਇਸ ਕਾਰਜਕ੍ਰਮ 'ਚ ਬਹੁਤ ਬਹੁਤ ਸਵਾਗਤ ਆ। बहुत बहुत धन्यवाद जी। ओम शांति। ओम शांति। सत श्री अकाल। हाँ जी, फरमाओ की हुक्म। ਭਾਜੀ, ਅੱਜ ਪ੍ਰਸ਼ਨ ਛੱਡ ਕੇ ਮੈਂ ਤੁਹਾਡੇ ਵਰਗਾ ਇੱਕ ਪ੍ਰਸ਼ਨ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਮੰਮਾ ਦਾ ਅਨੁਭਵ ਸੁਣਾਇਆ ਤੇ ਬ੍ਰਹਮਾ ਬਾਬਾ ਦਾ ਵੀ ਸੁਣਾਇਆ ਤੇ ਦਾਦੀ ਪ੍ਰਕਾਸ਼ ਮਣੀ ਨਾਲ ਤੁਸੀਂ ਆਪਣੇ ਦਿਨ ਬਿਤਾਏ, ਉਸ ਸਮੇਂ ਦਾ ਕੀ ਅਨੁਭਵ ਹੈ ਤੁਹਾਡਾ? बड़ी लंबी कहानी है जी, ऐसी सुनने ਨੂੰ ਤਿਆਰ ਹੈ। अच्छा, सन 59 जी 1959 ਦੀ ਗੱਲ ਹੈ ਜੀ। ਅਕਤੂਬਰ ਨਵੰਬਰ ਦੇ ਦਿਨ ਸੀ ਜੀ। ਤੇ ਮੈਨੂੰ ਅਜੇ ਮੁਸ਼ਕਿਲ ਨਾਲ 6-7 ਮਹੀਨੇ ਹੀ ਹੋਏ ਸੀ ਗਿਆਨ 'ਚ। ਉਹਨਾਂ ਦਿਨਾਂ 'ਚ ਬ੍ਰਹਮਾ ਬਾਬਾ, ਅਸੀਂ ਬਾਬਾ ਹੀ ਕਹਿੰਦੇ ਵੈਸੇ ਤੇ ਪਿਤਾ ਸ਼੍ਰੀ ਬ੍ਰਹਮਾ ਬਾਬਾ ਜੀ, ਉਹ ਬੰਬੇ 'ਚ ਆਏ ਹੋਏ ਸੀ ਕਿਉਂਕਿ ਉਹਨਾਂ ਦਿਨਾਂ 'ਚ ਮਾਊਂਟ ਆਬੂ ਤੇ ਸਰਦੀਆਂ 'ਚ ਠੰਡ ਬਹੁਤ ਹੁੰਦੀ ਸੀ ਜੀ। ਤੇ ਸਰਦੀ ਦੇ ਮੌਸਮ 'ਚ ਕੋਈ ਬਾਹਰੋਂ ਇਤਨਾ ਲੋਕ ਨਹੀਂ ਸੀ ਆਉਂਦੇ ਤੇ ਬਾਬਾ ਇਸ ਕਰਕੇ, ਬਾਬਾ ਵੀ, ਮੰਮਾ ਵੀ, ਦਾਦੀਆਂ ਵੀ, ਉਹਨਾਂ ਦੇ ਪ੍ਰੋਗਰਾਮ ਸੇਵਾ ਵਾਸਤੇ ਬਾਹਰ ਅਲੱਗ-ਅਲੱਗ ਏਰੀਆ 'ਚ ਹੁੰਦੇ ਸੀ ਜੀ। ਇਹ ਜਾਣਦੇ ਹਾਂ ਅਸੀਂ ਕਿ ਬੰਬੇ ਦੀ ਜਿਹੜੀ ਕਲਾਈਮੇਟ ਹੈ ਉਹ ਬੜੀ ਸਰਦੀਆਂ ਵਾਸਤੇ ਬਹੁਤ ਅੱਛੀ ਹੈ। ਉੱਥੇ ਸਰਦੀ ਇਤਨੀ ਨਹੀਂ ਹੁੰਦੀ ਹੈ, ਮਹਿਸੂਸ ਨਹੀਂ ਹੁੰਦੀ। ਤੇ ਬਾਬਾ ਹਮੇਸ਼ਾ ਦੀਵਾਲੀ ਤੋਂ ਪਹਿਲੇ ਉਧਰ ਆਉਂਦੇ ਸੀ ਜੀ। ਔਰ ਫਿਰ ਸ਼ਿਵਰਾਤਰੀ ਪੂਰੀ ਕਰਕੇ ਫਿਰ ਵਾਪਸ ਮਾਊਂਟ ਆਬੂ ਆਉਂਦੇ ਸੀ। ਤੇ ਸਨ 59 'ਚ ਪ੍ਰਕਾਸ਼ ਮਣੀ ਦਾਦੀ ਉਹਨਾਂ ਦਿਨਾਂ 'ਚ ਪਟਨਾ ਰਹਿੰਦੇ ਸੀ ਜੀ। ਪਟਨਾ 'ਚ ਕਿਲਾ ਹਾਊਸ। ਤੇ ਉਹਨਾਂ ਦਿਨਾਂ 'ਚ ਬਾਬਾ ਨੇ ਦਾਦੀ ਜੀ, ਪ੍ਰਕਾਸ਼ ਮਣੀ ਦਾਦੀ ਔਰ ਦੀਦੀ ਮਨਮੋਹਿਨੀ, ਉਹ ਦਿੱਲੀ ਰਹਿੰਦੇ ਸੀ ਤੇ ਉਹਨਾਂ ਨੂੰ ਖਾਸ ਬੁਲਾਇਆ, ਨਿਮੰਤਰਣ ਦਿੱਤਾ ਜੀ ਕਿ ਤੁਸੀਂ ਆ ਕਰਕੇ ਇਸ ਸਾਲ ਦੀਵਾਲੀ ਬਾਪ ਦਾਦਾ ਦੇ ਨਾਲ ਮਨਾਓ। ਤੇ ਪਟਨਾ 'ਚ ਜਿਹੜੇ ਨਿਮਿਤ ਸੀ ਸੇਵਾ ਵਾਸਤੇ, ਉਹਨਾਂ ਦਾ ਨਾਂ ਸੀ ਜਲਾਨ ਬਾਬੂ ਜੀ। ਕਿਲਾ ਹਾਊਸ ਉਹਨਾਂ ਦਾ ਬਹੁਤ ਵੱਡਾ, ਗੰਗਾ ਦੇ ਕਿਨਾਰੇ ਪੈਲੇਸ ਦੀ ਤਰ੍ਹਾਂ ਬਣਿਆ ਹੋਇਆ ਤੇ ਉੱਥੇ ਹੀ ਸੈਂਟਰ ਚੱਲਦਾ ਸੀ ਜੀ। ਤੇ ਜਲਾਨ ਬਾਬੂ ਵੀ ਆਏ ਔਰ ਦਾਦੀ ਪ੍ਰਕਾਸ਼ ਮਣੀ ਵੀ ਆਈ, ਦੀਦੀ ਮਨਮੋਹਿਨੀ ਵੀ ਆਈ। ਔਰ ਦੀਵਾਲੀ ਦੇ ਦਿਨਾਂ 'ਚ ਉਹਨਾਂ ਦਾ, ਆਪਣੇ ਜਲਾਨ ਬਾਬੂ ਜੀ ਦਾ ਜਨਮ ਦਿਨ ਸੀ। ਅੱਛਾ। ਤੇ ਬਾਬਾ ਚਾਹੁੰਦੇ ਸੀ ਕਿ ਬਾਬਾ ਦੇ ਕੋਲ ਆ ਕਰਕੇ ਉਹ ਆਪਣਾ ਜਨਮ ਦਿਨ ਮਨਾਉਣ। ਤੇ ਬਹੁਤ ਹੀ ਅਲੌਕਿਕ ਰੀਤ ਨਾਲ ਸੀ ਉਹ ਜਨਮ ਦਿਨ ਮਨਾਉਣ ਦਾ ਪਲਾਨ। ਤੇ ਉਸ ਵੇਲੇ ਪ੍ਰਕਾਸ਼ ਮਣੀ ਦਾਦੀ
ਬਾਬਾ ਕੋਲ ਆਏ ਹੋਏ ਸੀ। ਅੱਛਾ। ਔਰ ਬਾਬਾ ਨੇ ਉਹਨਾਂ ਨੂੰ, ਪ੍ਰਕਾਸ਼ ਮਣੀ ਦਾਦੀ ਨੂੰ, ਮਨਮੋਹਿਨੀ ਦੀਦੀ ਨੂੰ, ਜਲਾਨ ਬਾਬੂ ਨੂੰ ਉਸ ਵੇਲੇ ਬੜੀ ਪਿਆਰ ਭਰੀ ਯੋਗ ਯੁਕਤ ਦ੍ਰਿਸ਼ਟੀ ਦਿੱਤੀ ਔਰ ਉਹਨਾਂ ਨੂੰ ਬਹੁਤ ਅਲੌਕਿਕ ਅਨੁਭਵ ਹੋਇਆ ਉਸ ਵੇਲੇ। ਅੱਛਾ। ਔਰ ਬੜਾ ਜਿਸ ਤਰ੍ਹਾਂ ਕੋਈ ਫਰਿਸ਼ਤੇ ਬਣ ਜਾਣ, ਇਹੋ ਜਿਹੀ ਸਥਿਤੀ ਉਹਨਾਂ ਦੀ ਸੀ। ਅੱਛਾ। ਬਾਈ ਚਾਂਸ ਮੈਂ ਬਾਬਾ ਦੀ ਸ਼੍ਰੀਮਤ ਦੇ ਅਨੁਸਾਰ ਬਾਹਰ ਕੋਈ ਕਾਰੋਬਾਰ ਵਾਸਤੇ ਗਿਆ ਸੀ ਤੇ ਮੈਂ ਬਾਹਰੋਂ ਆਇਆ ਜਦੋਂ, ਤੇ ਉਸ ਵੇਲੇ ਪਹਿਲੀ ਵਾਰ ਦਾਦੀ ਪ੍ਰਕਾਸ਼ ਮਣੀ ਦੇ ਨਾਲ ਮਿਲਣ ਹੋਇਆ। ਅੱਛਾ। ਪ੍ਰਕਾਸ਼ ਮਣੀ ਦਾਦੀ ਬੜੇ ਰੂਹਾਨੀ ਨਸ਼ੇ 'ਚ ਜਿਹਨੂੰ ਕਹੀਏ, ਬੜੇ ਪਿਆਰ ਨਾਲ ਮੈਨੂੰ ਦ੍ਰਿਸ਼ਟੀ ਦਿੱਤੀ ਉਹਨਾਂ ਨੇ। ਔਰ ਉਸ ਵੇਲੇ ਮੈਨੂੰ ਇਹ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਉਹ ਮੇਰੀ ਵੱਡੀ ਭੈਣ ਹੋਏ, 14-15 ਸਾਲ ਦੀ ਜੀ, ਔਰ ਮੈਂ ਉਹਨਾਂ ਦਾ ਛੋਟਾ ਭਰਾ 7-8 ਸਾਲ ਦਾ। ਇਹੋ ਜਿਹੀ ਮਹਿਸੂਸਤਾ ਹੋਈ ਸੀ। ਔਰ ਦਾਦੀ ਪ੍ਰਕਾਸ਼ ਮਣੀ ਨੇ ਆ ਕਰਕੇ ਆਹਿਸਤਾ ਆਹਿਸਤਾ ਮੇਰੇ ਹੱਥ ਪਕੜੇ ਦੋਨੋਂ। ਉਸ ਵੇਲੇ ਮੈਨੂੰ ਉਹ ਆਹਿਸਤਾ ਆਹਿਸਤਾ, ਜਿਸ ਤਰ੍ਹਾਂ ਬੱਚਿਆਂ ਨੂੰ ਖਿਲਾਉਂਦੇ, ਤੇ ਉਹ ਬੜੀ ਇੱਕ ਸ਼ੁਰੂਆਤ ਯੂਨੀਕ ਹੈਗੀ ਸੀ। ਤੇ ਉਹਨਾਂ ਦਿਨਾਂ ਤੋਂ ਲੈ ਕਰਕੇ ਫਿਰ 1959 ਤੋਂ ਹਰ ਸਾਲ ਦਾਦੀ ਆਬੂ ਆਉਂਦੇ ਸੀ ਗਰਮੀਆਂ ਦੇ ਦਿਨਾਂ 'ਚ, ਔਰ ਮੈਂ ਗਰਮੀਆਂ ਦੇ ਛੁੱਟੀਆਂ 'ਚ ਜੈਪੁਰ ਸੇਵਾ ਵਾਸਤੇ ਜਾਂਦਾ ਸੀ ਤੇ ਉਹ ਆਉਂਦੇ ਜਾਂਦੇ ਉੱਥੇ ਮਿਲਦੇ ਸੀ। ਅੱਛਾ। ਕਲਾਸ ਕਰਾਉਂਦੇ ਸੀ ਔਰ ਵੈਸੇ ਮਿਲਦੇ ਸੀ। ਤੇ ਮੈਨੂੰ ਸ਼ੁਰੂ ਤੋਂ ਇਹ ਦਾਦੀ ਕੋਲੋਂ, ਪ੍ਰਕਾਸ਼ ਮਣੀ ਦਾਦੀ ਕੋਲੋਂ ਇਹ ਮਹਿਸੂਸ ਹੁੰਦਾ ਸੀ ਜਿਸ ਤਰ੍ਹਾਂ ਵੱਡੀ ਭੈਣ ਹੁੰਦੀ ਕੋਈ। ਕਿਉਂਕਿ ਪੰਜਾਬ 'ਚ ਸਾਨੂੰ ਅਨੁਭਵ ਹੈਗਾ ਵੱਡੀ ਭੈਣ ਕਿਸ ਤਰ੍ਹਾਂ ਛੋਟੇ ਭਾਈਆਂ ਦਾ ਧਿਆਨ ਰੱਖਦੀ। ਹਾਂਜੀ ਹਾਂਜੀ। ਰਾਖੀ ਤੇ ਆ ਕੇ ਉਹ ਪਸ਼ਮੀਨੇ ਦੇ ਫੁੱਲਾਂ ਦੀ ਰਾਖੀ ਬਣਦੀ ਜੀ। ਤੇ ਇਸ ਤਰ੍ਹਾਂ ਮਤਲਬ ਸ਼ੁਰੂਆਤ ਇਸ ਤਰ੍ਹਾਂ ਹੋਈ ਸੀ। ਔਰ ਉਸ ਤੋਂ ਬਾਅਦ ਫਿਰ 1964 'ਚ ਐਗਜ਼ੀਬਿਸ਼ਨ ਪਹਿਲੀ ਸਾਡੀ ਬਣੀ ਸੀ, ਵਰਲਡ ਰੀਨਿਊਅਲ ਸਪਿਰਿਚੁਅਲ ਐਗਜ਼ੀਬਿਸ਼ਨ ਬੰਬੇ 'ਚ। ਅੱਛਾ। ਤੇ ਉਹਦੇ ਵਾਸਤੇ ਬਾਬਾ ਨੇ ਖਾਸ ਦਾਦੀ ਪ੍ਰਕਾਸ਼ ਮਣੀ, ਜਗਦੀਸ਼ ਭਾਈ ਦਿੱਲੀ ਤੋਂ, ਉਹਨਾਂ ਨੂੰ ਖਾਸ ਨਿਮੰਤਰਣ ਦੇ ਕੇ ਭੇਜਿਆ ਸੀ। ਅੱਛਾ। ਕਿ ਤੁਸੀਂ ਜਾ ਕੇ ਮਦਦ ਕਰੋ। ਬੰਬੇ 'ਚ ਰਮੇਸ਼ ਭਾਈ, ਊਸ਼ਾ ਬਹਿਨ, ਸ਼ੀਲ ਦਾਦੀ, ਨਿਰਮਲ ਸ਼ਾਂਤਾ ਦਾਦੀ ਔਰ ਪੁष्प शांता दादी, रतनमयनी दादी, माई सेल्फ, अहीं मतलब आपस में मिल करके कुछ प्रदर्शनी किहो जी होनी चाहिए है, ਉਹਦੇ 'ਚ ਕੀ ਟੌਪਿਕਸ ਲਈਏ ਅਸੀਂ,
ਤੇ ਇਟ ਵਾਜ਼ ਬਿਗਨਿੰਗ, ਸ਼ੁਰੂਆਤ ਸੀ। ਉਸ ਵੇਲੇ ਜਗਦੀਸ਼ ਭਾਈ ਔਰ ਦਾਦੀ ਜੀ ਦੋਨੋਂ ਆਏ ਤਾਂ ਉਹਨਾਂ ਨੇ ਦੇਖਿਆ ਕਿ ਸਾਰੀ ਐਗਜ਼ੀਬਿਸ਼ਨ ਗਿਆਨ ਦੇ ਹਿਸਾਬ ਨਾਲ ਬੜੀ ਅੱਛੀ ਬਣੀ ਹੈ ਔਰ ਹਿਸਟਰੀ ਵੀ ਉਹਦੇ 'ਚ ਆ ਜਾਂਦੀ ਸੀ। ਇੱਕ ਬਹੁਤ ਅੱਛਾ, ਉਹ ਕੀ ਕਹਿੰਦੇ ਇਹਨੂੰ, ਸਾਡੇ ਕਵੀ ਜੀ ਹੈਗੇ ਆ ਦਿੱਲੀ ਤੋਂ, ਕਵੀ ਦੇਵੀ ਚੰਦ ਜੀ। ਅੱਛਾ। ਤੇ ਉਹਨਾਂ ਨੇ ਇੱਕ ਬਹੁਤ ਵੱਡਾ ਉਹ ਇੱਕ ਬੱਚਿਆਂ ਵਾਸਤੇ ਜਿਸ ਤਰ੍ਹਾਂ ਹੁੰਦਾ ਨਾ ਸ਼ੋਅ, ਉਹ ਤਿਆਰ ਕੀਤੇ ਅਸੀਂ ਕਵਿਤਾ ਦੇ ਰੂਪ 'ਚ। ਉਹ ਗੀਤ ਗਾਉਂਦੇ ਸੀ ਤੇ ਉਹਦੇ ਚਿੱਤਰ ਖੁੱਲ੍ਹਦੇ ਜਾਂਦੇ ਸੀ ਕਲਪ ਵ੍ਰਿਕਸ਼ ਦੇ ਜਿਸ ਤਰ੍ਹਾਂ। ਅੱਛਾ ਅੱਛਾ। ਤੇ ਦਾਦੀ ਜੀ ਔਰ ਜਗਦੀਸ਼ ਭਾਈ ਨੇ ਦੇਖਿਆ ਕਿ ਬਾਕੀ ਸਭ ਕੁਝ ਹੈ, ਮੈਡੀਟੇਸ਼ਨ ਦੇ ਚਿੱਤਰ ਨਹੀਂ ਹੈਗੇ। ਯੋਗ, ਸਹਿਜ ਰਾਜ ਯੋਗ ਕੀ ਹੈ, ਉਹਦੀ ਵਿਧੀ ਕੀ ਹੈ, ਉਹਦੀ ਪ੍ਰਾਪਤੀ ਕੀ ਹੈ, ਉਹਦੇ ਬਾਰੇ 'ਚ ਕੁਛ ਮਤਲਬ ਚਿੱਤਰ ਬਣਾਉਣ ਦੀ ਲੋੜ ਹੈ। ਤੇ ਉਹ 5 ਚਿੱਤਰ ਉਹਨਾਂ ਨੇ ਬਣਵਾਏ ਸੀ ਆ ਕੇ, ਜਿਹੜੇ ਅੱਜ ਦਿਨ ਤਾਈਂ ਉਹ ਸੇਵਾ ਕਰ ਰਹੇ ਨੇ। ਅੱਛਾ। ਤੇ ਫਿਰ ਬਾਬਾ ਨੇ, ਸਾਕਾਰ ਬਾਬਾ ਨੇ, ਬ੍ਰਹਮਾ ਬਾਬਾ ਨੇ, ਜਦੋਂ ਐਗਜ਼ੀਬਿਸ਼ਨ ਦੀ ਜਿਹੜੀ ਸੇਵਾ ਹੋਈ ਉਹਦੇ ਬਾਰੇ 'ਚ ਸੁਣਿਆ ਕਿ ਬਹੁਤ ਅੱਛੀ ਸੇਵਾ ਹੋਈ ਬੰਬੇ 'ਚ, ਕਿਉਂਕਿ ਉਹਨਾਂ ਦਿਨਾਂ 'ਚ ਜਿਹੜੇ ਗਵਰਨਰ ਸੀ ਉਹਨਾਂ ਨੇ ਉਦਘਾਟਨ ਕੀਤਾ ਸੀ ਉਹਦਾ। ਤੇ ਉਸ ਤੋਂ ਬਾਅਦ ਕਈਆਂ ਨੇ ਕੋਰਸ ਕਰਨਾ ਸ਼ੁਰੂ ਕੀਤਾ ਸੀ ਤੇ ਬਾਬਾ ਨੇ ਪ੍ਰਕਾਸ਼ ਮਣੀ ਦਾਦੀ ਨੂੰ ਕਿਹਾ ਕਿ ਥੋੜ੍ਹਾ ਟਾਈਮ ਤੁਸੀਂ ਬੰਬੇ 'ਚ ਰਹੋ। ਅੱਛਾ। ਤਾਂ ਕਿ ਜਿਹੜੀ ਐਗਜ਼ੀਬਿਸ਼ਨ ਹੋਈ ਇਹ ਤੋਂ ਬਾਅਦ ਜਿਹਨਾਂ ਨੇ ਲਾਭ ਲਿਆ ਹੀ ਉਹ ਹੋਰ ਅੱਛੀ ਤਰ੍ਹਾਂ ਲਾਭ ਲੈ ਸਕਣ। ਔਰ ਫਿਰ ਦਾਦੀ ਮਤਲਬ ਅਕਤੂਬਰ 64 ਤੋਂ ਸੈਪਟੈਂਬਰ ਜਾਂ ਅਕਤੂਬਰ, ਹਾਂ ਸੈਪਟੈਂਬਰ 64 ਤੋਂ ਜੀ ਬੰਬੇ 'ਚ ਹੀ ਰਹੀ ਫਿਰ। ਔਰ ਫਿਰ ਗਾਮਦੇਵੀ ਸੈਂਟਰ ਖੁੱਲਿਆ। ਅੱਛਾ। ਜਿਹਦੇ ਨਿਮਿਤ ਆਪਣੇ ਰਮੇਸ਼ ਭਾਈ, ਅਨੀਲਾ ਬਹਿਨ ਉਹਨਾਂ ਦੀ ਵੱਡੀ ਸਿਸਟਰ, ਸ਼ਾਂਤਾ ਮਾਤਾ ਉਹਨਾਂ ਦੀ ਮਦਰ, ਊਸ਼ਾ ਭਾਬੀ ਉਹਨਾਂ ਦੀ ਲੌਕਿਕ ਯੁਗਲ, ਲੇਕਿਨ ਦੋਨੋਂ ਬੜੇ ਆਪਣੇ ਨਿਯਮ ਅਨੁਸਾਰ ਗੰਧਰਵੀ ਵਿਵਾਹ ਜਿਸ ਤਰ੍ਹਾਂ ਹੁੰਦਾ ਹੀ ਪਵਿੱਤਰ ਜੀਵਨ 'ਚ ਸੀ। ਤੇ ਉਸ ਵੇਲੇ ਫਿਰ ਰਮੇਸ਼ ਭਾਈ ਨੇ ਗਾਮਦੇਵੀ 'ਚ ਇੱਕ ਮਕਾਨ ਖਰੀਦਿਆ, ਫਲੈਟ, ਦਾਰੁਲ ਮੁਲਕ ਮਕਾਨ ਦਾ ਨਾਂ, ਉਹਦੇ 'ਚ ਫਲੈਟ ਹੈ। ਉਸ ਫਲੈਟ 'ਚ ਸੈਂਟਰ ਖੋਲ੍ਹਿਆ ਔਰ ਪ੍ਰਕਾਸ਼ ਮਣੀ ਦਾਦੀ ਜੀ ਔਰ ਉਹਨਾਂ ਦੇ ਨਾਲ 2 ਛੋਟੀ ਸਿਸਟਰਸ ਉਹ ਸੈਂਟਰ ਵਾਸਤੇ ਉੱਥੇ ਰਹੀਆਂ। ਅੱਛਾ। ਤੇ ਮੈਂ ਆਪਣਾ ਜੌਬ ਛੱਡ ਕਰਕੇ ਨੇਵੀ ਤੋਂ ਨਿਵਰਿਤ ਹੋ ਕਰਕੇ ਸੰਨ 63 'ਚ ਪੂਰਾ ਹੀ ਈਸ਼ਵਰੀ ਸੇਵਾ 'ਚ ਲੱਗ ਗਿਆ ਸੀ ਤੇ ਬੰਬੇ 'ਚ ਹੀ ਬਾਬਾ ਨੇ ਰੱਖਿਆ ਸੀ। ਅੱਛਾ। ਤੇ ਉਹਨਾਂ ਦਿਨਾਂ 'ਚ ਫਿਰ ਮੈਂ ਸਵੇਰ ਦੇ ਟਾਈਮ ਕਲਾਸ ਵਾਸਤੇ ਗਾਮਦੇਵੀ ਸੈਂਟਰ 'ਤੇ ਆਉਂਦਾ ਸੀ। ਅੱਛਾ। ਔਰ ਫਿਰ ਕਲਾਸ ਤੋਂ ਬਾਅਦ ਸੇਵਾ ਕਰਕੇ ਬਾਹਰ ਕੋਈ ਨਾ ਕੋਈ ਪ੍ਰੋਜੈਕਟਸ ਹੁੰਦੇ ਸੀ ਯੱਗੇ ਦੇ, ਉਹਦੇ ਵਾਸਤੇ ਕਦੀ ਆਰਟਿਸਟਾਂ ਵਾਸਤੇ ਜਾਣਾ, ਕਦੀ ਪ੍ਰਿੰਟਿੰਗ ਜੌਬ ਸੀ, ਕਦੀ ਕੋਈ ਹੋਰ ਖਰੀਦਾਰੀ, ਉਹ ਕਰਕੇ ਫਿਰ ਮੈਂ ਆਉਂਦਾ ਸੀ
ਗਾਮਦੇਵੀ ਸੈਂਟਰ ਦੁਪਹਿਰ ਅੱਛਾ ਨੂੰ। ਅੱਛਾ ਅੱਛਾ। ਤੇ ਇਹ ਬੜੀ ਤੁਹਾਨੂੰ ਆਸ਼ਚर्य ਵਾਲੀ ਗੱਲ ਮਿਲੇਗੀ ਕਿ ਪ੍ਰਕਾਸ਼ ਮਣੀ ਦਾਦੀ ਉਸ ਵੇਲੇ ਜਦੋਂ ਮੈਂ ਬੈਲ ਵਜਾਵਾਂਗਾ ਤੇ ਕਦੀ ਲੇਟ ਵੀ ਹੁੰਦਾ ਸੀ। ਨਾਰਮਲੀ ਸੈਂਟਰ ਤੇ 1 ਵਜੇ ਤਾਈਂ ਖਾਣਾ ਪੀਣਾ ਖਾ ਲੈਂਦੇ ਨੇ, ਪਰ ਮੈਂ ਕਦੀ 1:30 ਵੱਜ ਗਿਆ, 2 ਵੱਜ ਗਏ। ਤੇ ਉਸ ਵੇਲੇ ਜਿਹੜੀ ਛੋਟੀ ਭੈਣਾਂ ਉਹ ਥੋੜ੍ਹੀ ਰੈਸਟ ਕਰਦੀਆਂ ਸੀ ਤੇ ਦਾਦੀ ਪ੍ਰਕਾਸ਼ ਮਣੀ ਉਹ ਆ ਕਰਕੇ ਦਰਵਾਜ਼ਾ ਖੋਲਦੀ ਸੀ ਔਰ ਫਿਰ ਮੈਂ ਆ ਕੇ ਮੂੰਹ ਹੱਥ ਧੋ ਕਰਕੇ ਬੈਠਦਾ ਜਦੋਂ ਤਾਈਂ, ਤੇ ਦਾਦੀ ਮੇਰੇ ਵਾਸਤੇ ਸਬਜ਼ੀ ਗਰਮ ਕਰੇ, ਰੋਟੀ ਬਣਾਏ ਜੀ। ਤੇ ਫਿਰ ਭੋਜਨ ਕਰਕੇ ਫਿਰ ਮੈਂ ਆਪਣਾ ਸਥਾਨ ਜਿੱਥੇ ਰਹਿੰਦਾ ਸੀ ਉੱਥੇ ਚੱਲ ਜਾਂਦਾ ਸੀ ਜੀ। ਤੇ ਇਸ ਤਰ੍ਹਾਂ ਮਤਲਬ ਸ਼ੁਰੂਆਤ 'ਚ ਇਹ ਚੱਲਦਾ ਰਿਹਾ, ਦਾਦੀ ਜੀ ਦੇ ਨਾਲ ਮਿਲਣਾ ਜੁਲਣਾ। ਔਰ ਜਦੋਂ ਇਹ ਐਗਜ਼ੀਬਿਸ਼ਨ ਵਗੈਰਾ ਹੋਈ ਹੈ ਜਾਂ ਉਹ ਤੋਂ ਬਾਅਦ ਵੀ, ਤੇ ਦੇਖਿਆ ਕਿ ਸਾਕਾਰ ਬਰਾਵਾ ਨੂੰ ਜੋ ਬੱਚੇ ਸਰਵਿਸੇਬਲ ਜ਼ਿਆਦਾ, ਉਹਨਾਂ ਦੇ ਵਾਸਤੇ ਬਹੁਤ ਪਿਆਰ ਸੀ ਜੀ। ਔਰ ਲਗਭਗ ਹਰ ਰੋਜ਼ ਆਪਣੇ ਹੱਥ ਨਾਲ ਬਾਬਾ ਲੈਟਰ ਲਿਖ ਕਰਕੇ ਪੋਸਟਸ ਭੇਜਦੇ ਸੀ ਔਰ ਫਿਰ ਉਹਦੇ ਰਿਟਰਨ 'ਚ ਹਰ ਰੋਜ਼ ਪ੍ਰਕਾਸ਼ ਮਣੀ ਦਾਦੀ ਜਾਂ ਦੂਸਰੇ ਵੀ ਕੋਈ ਲਿਖਦੇ ਹੋਣਗੇ ਤੇ ਉਹ ਰੋਜ਼ ਦੀ ਰੋਜ਼ ਲੇਟ ਫੀ ਪੇਡ ਉਹ ਜਾ ਕਰਕੇ ਟ੍ਰੇਨ ਤੇ ਪੋਸਟ ਕਰਦੇ ਸੀ ਔਰ ਅਗਲੇ ਦਿਨ ਬਾਬਾ ਨੂੰ ਮਿਲ ਜਾਂਦਾ ਥਾ। ਮਤਲਬ ਇਤਨਾ ਸਾਕਾਰ ਬਾਬਾ ਦਾ ਸਰਵਿਸੇਬਲ ਬੱਚੇ, ਜਿਸ ਤਰ੍ਹਾਂ ਦਾਦੀ ਪ੍ਰਕਾਸ਼ ਮਣੀ, ਆਪਣੇ ਰਮੇਸ਼ ਭਾਈ, ਊਸ਼ਾ ਬਹਿਨ ਔਰ ਉਧਰ ਜਗਦੀਸ਼ ਭਾਈ ਜੀ, ਗੁਲਜ਼ਾਰ ਦਾਦੀ, ਦੀਦੀ ਮਨਮੋਹਿਨੀ ਉਹ ਦਿੱਲੀ 'ਚ ਸੀ ਤੇ ਉਹਨਾਂ ਨੂੰ ਗੰਗੇ ਦਾਦੀ ਉਹ ਆਪਣੇ ਕਾਨਪੁਰ ਸੀ, ਕਾਨਪੁਰ। ਇਸੇ ਤਰ੍ਹਾਂ ਹੀ ਹੋਰ ਸੈਂਟਰਾਂ ਤੇ ਵੱਡੇ ਦਾਦੀਆਂ, ਜਿਸ ਤਰ੍ਹਾਂ ਚੰਦਰਮਣੀ ਦਾਦੀ ਪੰਜਾਬ 'ਚ ਜੀ, ਮਨੋਹਰ ਦਾਦੀ ਕਰਨਾਲ 'ਚ, ਇਸ ਤਰ੍ਹਾਂ। ਤੇ ਉਹਨਾਂ ਨੂੰ ਵੀ, ਲੇਕਿਨ ਜ਼ਿਆਦਾ ਬੰਬੇ 'ਚ ਲੈਟਰਸ ਰੋਜ਼ ਬਾਬਾ ਦਾ ਆਉਂਦਾ ਸੀ। ਜੀ ਜੀ। ਤੇ ਇਹ ਉਹਨਾਂ ਦਿਨਾਂ ਦੀਆਂ ਗੱਲਾਂ ਹੀ। ਤੇ ਦਾਦੀ ਪ੍ਰਕਾਸ਼ ਮਣੀ ਦੇ ਨਾਲ ਯੱਗ ਦੀ ਸੇਵਾ ਦੇ ਕਾਰਨ ਰੋਜ਼ ਜਿਸ ਤਰ੍ਹਾਂ ਆਪਸ 'ਚ ਬੈਠਣਾ, ਮਿਲਣਾ ਔਰ ਪਲਾਨਸ ਬਣਾਉਣੇ, ਜੋ ਛਪਾਈ ਵਗੈਰਾ ਕਰਨੀ ਹੈ ਉਹਦੇ ਬਾਰੇ 'ਚ, ਕਿਉਂਕਿ ਯੱਗ ਦੇ ਕੁਛ ਨਿਯਮ ਵੀ ਰੱਖਣੇ ਪੈਂਦੇ ਸੀ ਬਈ ਬਹੁਤ ਕਿਫਾਇਤ ਨਾਲ ਹਰ ਚੀਜ਼ ਹੋਣੀ ਚਾਹੀਦੀ ਹੈ, ਇੱਕਦਮ ਪੈਸੇ ਫੈਂਕਣੇ ਨਹੀਂ ਹੈ। ਤੇ ਇਹੋ ਜਿਹੀਆਂ ਗੱਲਾਂ ਸੀ। ਤੇ ਦਾਦੀ ਜੀ ਦੀ ਸਭ ਤੋਂ ਵੱਡੀ ਗੱਲ ਇਹ ਕਿ ਬਾਬਾ ਦੀ ਮੁਰਲੀ ਜਿਹੜੀ ਉਹ ਜਿਸ ਤਰ੍ਹਾਂ ਸੁਣਾਉਂਦੇ ਸੀ, ਉਹਦੇ 'ਚ ਜਿੰਨਾ ਸਪਸ਼ਟੀਕਰਨ ਜਾਂ ਜੋ ਵੀ ਹੈ, ਬਿਲਕੁਲ ਇਤਨੀ ਕਲੈਰਿਟੀ ਉਹਦੇ 'ਚ, ਇਤਨੀ ਕਲੈਰਿਟੀ, ਇਤਨਾ ਸਭ ਨੂੰ ਅੱਛਾ ਲੱਗਦਾ ਸੀ। ਔਰ ਕੋਈ ਵੀ ਗੱਲ ਹੈ ਦਾਦੀ ਨੂੰ ਪੁੱਛਿਆ, ਦਾਦੀ ਨੇ ਜਵਾਬ ਦਿੱਤਾ, ਨਿਸ਼ਚਿੰਤ ਹੋ ਕਰਕੇ ਆਪਣਾ ਮੌਜ 'ਚ ਰਹੇ। ਔਰ ਦਾਦੀ ਜਿਸ ਸੈਂਟਰ ਤੇ ਰਹੀ ਸੀ, ਉਸ ਸੈਂਟਰ ਤੇ ਸਾਰੇ ਬੰਬੇ ਤੋਂ ਭਾਈ ਭੈਣ ਆ ਜਾਂਦੇ ਸੀ। ਜਗ੍ਹਾ ਛੋਟੀ ਸੀ ਤੇ ਲੇਕਿਨ ਆ ਜਾਂਦੇ ਸੀ। ਔਰ ਫਿਰ ਬੜੀ
ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਾਦੀ ਜੋ ਵੀ ਕੋਈ ਕਿਸੇ ਵੀ ਸੈਂਟਰ ਤੋਂ ਆ ਜਾਣ, ਬੜੇ ਪਿਆਰ ਨਾਲ ਉਹਨਾਂ ਨੂੰ ਵੈਲਕਮ ਕਰਨਾ ਔਰ ਪ੍ਰਸਾਦ ਖਿਲਾਉਣਾ, ਜੋ ਕੋਈ ਗੱਲਬਾਤ ਪੁੱਛਣ ਬੜੇ ਪਿਆਰ ਨਾਲ ਉਹਨਾਂ ਨੂੰ ਜਵਾਬ ਦੇਣਾ। ਔਰ ਸਾਰੇ ਬੰਬੇ ਦੇ ਜਿੰਨੇ ਸੈਂਟਰ ਸੀ ਉਸ ਵੇਲੇ, ਹਰ ਸੈਂਟਰ ਦੀ ਵੱਡੀ ਭੈਣਾਂ, ਉਹਨਾਂ ਦੀ ਕਮੇਟੀ ਬਣਾਈ ਫਿਰ ਦਾਦੀ ਨੇ। ਅੱਛਾ। ਸੇਵਾ ਵਾਸਤੇ। ਔਰ ਉਹ ਕਮੇਟੀ ਦੇ ਕਾਰਨ ਮਹੀਨੇ 'ਚ ਮੇਰਾ ਖਿਆਲ ਹਰ ਮਹੀਨੇ 'ਚ 2 ਵਾਰ ਮੀਟਿੰਗਸ ਹੁੰਦੀਆਂ ਸੀ ਸੇਵਾ ਵਾਸਤੇ। ਅੱਛਾ ਅੱਛਾ। ਔਰ ਬੜਾ ਹੀ ਅੱਛਾ ਲੱਗਦਾ ਸੀ ਉਹਦੇ 'ਚ। ਐਤਵਾਰ ਦੇ ਦਿਨ ਹੁੰਦੀ ਸੀ। ਮਤਲਬ ਇੱਕ ਸੇਵਾ ਨੂੰ, ਈਸ਼ਵਰੀ ਸੇਵਾ ਨੂੰ ਅੱਗੇ ਵਧਾਉਣ ਵਾਸਤੇ ਦਾਦੀ, ਪ੍ਰਕਾਸ਼ ਮਣੀ ਜਿਸ ਤਰ੍ਹਾਂ ਨਿਮਿਤ ਬਣਦੀ ਸੀ। ਔਰ ਫਿਰ ਕੋਈ ਨਈ ਗੱਲ ਕਰਨੀ ਹੈ, ਨया ਕੋਈ ਪਲਾਨ ਬਣਾਇਆ ਹੀ, ਉਹਦਾ ਅਗਰ ਫੈਸਲਾ ਕਰਨਾ ਹੀ, ਤੇ ਦਾਦੀ ਪਹਿਲੇ ਸਭ ਦੀ ਰਾਏ ਪੁੱਛੇਗੀ। ਅੱਛਾ। ਸਭ ਨੂੰ ਸਾਥ ਲੈ ਕੇ ਚੱਲਣਾ, ਵੱਡੇ ਹੋਣ ਦੇ ਵਾਸਤੇ ਵੀ ਉਹ ਛੋਟੇ ਤੇ ਰਾਏ, ਸਭ ਦੀ ਰਾਏ ਲੈ ਕਰਕੇ ਔਰ ਫਿਰ ਫਾਈਨਲ ਆਪਸ 'ਚ ਕਰਨਗੇ ਜੋ ਸਭ ਨੂੰ ਮਨਜ਼ੂਰ ਹੁੰਦੀ ਸੀ, ਖੁਸ਼ ਹੁੰਦੇ ਸੀ ਸਭ। ਤੇ ਸੇਵਾ 'ਚ ਬਹੁਤ ਬੰਬੇ 'ਚ ਕਾਫੀ ਸਾਰੇ ਉਸ ਵੇਲੇ ਨਏ ਪ੍ਰੋਗਰਾਮ ਬਣੇ। ਜਿਸ ਤਰ੍ਹਾਂ ਇਹ ਐਗਜ਼ੀਬਿਸ਼ਨ ਕਈ ਜਗ੍ਹਾ ਬੜੇ ਕੀ ਕਹਿੰਦੇ ਇਹਨੂੰ, ਮੇਲੇ ਦੀ ਤਰ੍ਹਾਂ ਵੀ ਉਹਨਾਂ ਦਿਨਾਂ 'ਚ ਪੋਪ ਆਇਆ ਸੀ, ਪੋਪ ਪੌਲ ਦੀ 6th। ਔਰ ਉਸ ਵੇਲੇ ਬਹੁਤ ਸਾਰੇ ਲੋਕ ਆਏ ਸੀ ਬਾਹਰੋਂ। ਅੱਛਾ। ਆਪਣੇ ਉਹਦੇ 'ਚ ਕਾਰਡੀਨਲ ਵੀ ਹੈਗੇ ਸੀ, ਬਿਸ਼ਪ ਵੀ ਹੈਗੇ ਸੀ, ਪਾਦਰੀ ਦੂਸਰੇ ਵੀ ਸੀ। ਬਹੁਤ ਵੱਡਾ ਪ੍ਰੋਗਰਾਮ ਸੀ। 3 ਲੱਖ ਦੇ ਕਰੀਬ ਉਹਨਾਂ ਦਿਨਾਂ 'ਚ ਪੋਪ ਦੇ ਆਉਣ 'ਤੇ ਇਕੱਠੇ ਹੋਏ ਸੀ ਲੋਕ। ਤੇ ਉਸ ਵੇਲੇ ਪੋਪ ਦੀ ਵੀ ਸੇਵਾ ਵਾਸਤੇ ਦਾਦੀ ਪ੍ਰਕਾਸ਼ ਮਣੀ ਔਰ ਜਗਦੀਸ਼ ਭਾਈ, ਰਮੇਸ਼ ਭਾਈ, ਦੂਸਰੇ ਆਪਣੇ ਸ਼ੀਲੇਂਦਰਾ ਦਾਦੀ ਵਗੈਰਾ, ਸਭ ਉਹਨਾਂ ਨੇ ਪੋਪ ਦੀ ਸੇਵਾ ਕੀਤੀ। ਔਰ ਅਸੀਂ ਪੋਪ ਦੀ ਜਿਹੜੀ ਉਹ ਮਾਸ ਕਹਿੰਦੇ ਆ ਉਹਨੂੰ, ਪ੍ਰਾਰਥਨਾ ਸਭਾ, ਉਹਦੇ ਵਾਸਤੇ ਸਾਨੂੰ ਨਿਮੰਤਰਣ ਮਿਲੇ ਸੀ ਤੇ ਅਸੀਂ ਖਾਸ ਉਹ ਸਭਾ 'ਚ ਸਾਰੇ ਗਏ। ਅੱਛਾ। ਇਸ ਤਰ੍ਹਾਂ ਮਤਲਬ ਬਹੁਤ ਸਾਰੀ ਈਸ਼ਵਰੀ ਸੇਵਾ ਦੇ ਪੁਆਇੰਟ ਆਫ ਵਿਊ ਤੋਂ ਪ੍ਰਕਾਸ਼ ਮਣੀ ਦਾਦੀ ਦਾ ਸਭ ਤੋਂ ਵੱਡਾ ਇੱਕ ਦੇਖਿਆ ਕਿ ਹਰ ਇੱਕ ਦੇ ਪ੍ਰਤੀ, ਛੋਟੇ ਬੜੇ ਸਭ ਦੇ ਪ੍ਰਤੀ ਬੜਾ ਹੀ ਪਿਆਰ, ਔਰ ਹਰ ਇੱਕ ਦੇ ਵਿਚਾਰਾਂ ਨੂੰ ਪੂਰਾ ਆਦਰ, ਮਤਲਬ ਆਦਰ ਦੇਣਾ, ਸਤਿਕਾਰ ਦੇਣਾ, ਆਦਰ ਦੇਣਾ। ਇਸ ਕਰਕੇ ਜਿਸ ਤਰ੍ਹਾਂ ਦਾਦੀ ਮੈਗਨੇਟ ਦੀ ਤਰ੍ਹਾਂ ਸਾਰਿਆਂ ਨੂੰ ਖਿੱਚਦੀ ਸੀ। ਜੀ ਜੀ। ਤੇ ਫਿਰ ਬਾਬਾ ਦੀ ਤਰਫੋਂ ਪੱਤਰ ਵਗੈਰਾ ਆਉਂਦੇ ਸੀ। ਤੇ ਫਿਰ ਇੱਕ ਵੱਡੀ ਕਾਨਫਰੰਸ ਰੱਖੀ ਸੀ, ਕਿਉਂਕਿ ਉਹਨਾਂ ਦਿਨਾਂ 'ਚ ਖਾਸ ਤੇ ਸੌਰਾਸ਼ਟਰ ਸਾਈਡ 'ਤੇ ਗੁਜਰਾਤ 'ਚ ਔਰ ਹੋਰ ਵੀ ਕਈ ਜਗ੍ਹਾ ਛੋਟੀ ਉਮਰ ਦੀਆਂ ਜਿਹੜੀਆਂ ਨਈ ਸ਼ਾਦੀ ਕੀਤੀ ਹੁੰਦੀ ਨਾ ਲੜਕੀਆਂ ਨੇ, ਜੀ ਜੀ ਜੀ, ਉਹ ਮਤਲਬ ਆਪਣੇ ਨਏ ਘਰ 'ਚ ਸੈੱਟ ਨਹੀਂ ਹੋ ਪਾਉਂਦੀਆਂ ਸੀ ਤੇ ਸੁਈਸਾਈਡ ਕਰ ਲੈਂਦੀਆਂ ਸੀ।
ਆਤਮਘਾਤ। ਤੇ ਉਹ ਬੜਾ ਇੱਕ ਚਿੰਤਾ ਦਾ ਵਿਸ਼ੇ ਸੀ ਉਸ ਵੇਲੇ। ਤੇ ਉਹਨਾਂ ਦਿਨਾਂ 'ਚ ਫਿਰ ਇੱਕ ਬ੍ਰਹਮਾ ਕੁਮਾਰੀ ਜੀ ਦੀ ਤਰਫੋਂ ਬਹੁਤ ਵੱਡੀ ਕਾਨਫਰੰਸ ਰੱਖੀ ਸੀ, ਸੋਸ਼ਲ ਵਰਕਰਸ ਨੂੰ ਖਾਸ ਉਹਦੇ 'ਚ ਨਿਮੰਤਰਣ ਦਿੱਤਾ ਸੀ। ਤੇ ਉਹ ਕਾਨਫਰੰਸ 'ਚ ਬਹੁਤ ਕੋਈ ਮੇਰਾ ਖਿਆਲ 15 ਦੇ ਕਰੀਬ ਅਲੱਗ ਅਲੱਗ ਐਸੋਸੀਏਸ਼ਨਸ ਹੈਗੀਆਂ ਸੀ ਜਿਨ੍ਹਾਂ ਦੇ ਹੈਡਸ ਨੂੰ ਬੁਲਾਇਆ ਸੀ। ਔਰ ਉਹਦੇ 'ਚ ਦਾਦੀ ਪ੍ਰਕਾਸ਼ ਮਣੀ, ਸ਼ੀ ਵਾਜ਼ ਹੈਡ ਆਫ ਦੀ ਐਂਟਾਇਰ ਕਮੇਟੀ। ਔਰ ਬਾਬਾ ਨੇ ਖਾਸ ਉਹਨਾਂ ਦੇ ਵਾਸਤੇ ਇੱਕ ਮੈਸੇਜ ਰਿਕਾਰਡ ਕਰਕੇ ਭੇਜਿਆ ਸੀ। ਤੇ ਉਹ ਮਤਲਬ ਇਸ ਤਰ੍ਹਾਂ ਦਾਦੀ ਦਾ ਜਿਹੜਾ ਰੋਲ ਸੀ ਉਹ ਇੱਕ ਲੀਡਰ ਦਾ ਰੋਲ ਹੈਗਾ ਸੀ ਜੀ, ਬਿਲਕੁਲ। ਔਰ ਫਿਰ ਨਾ ਸਿਰਫ ਬੰਬੇ 'ਚ, ਕਿਉਂਕਿ ਫਿਰ ਜਦੋਂ ਬਾਬਾ ਅਵਿਅਕਤ ਹੋਏ ਉਸ ਵੇਲੇ ਦਾਦੀ ਮਾਊਂਟ ਹੀ ਹੈਗੇ ਸੀ ਜੀ। ਔਰ ਬਾਬਾ ਨੇ ਦਾਦੀ ਦੇ ਹੱਥ 'ਚ ਹੱਥ ਦੇ ਕਰਕੇ ਔਰ जिस तरह पासिंग ऑन द बैटन जिसको कहते हैं जी, जिम्मेदारी यज्ञ की उनके ऊपर। तो वो उस वेले बाबा ने अपने हाथ च दादी दा हाथ लैके और शरीर छड्डिया सी बैठे बैठे। और वो मतलब 18 जनवरी 1969 ਤੇ ਉਸ ਸਮੇਂ ਤੋਂ ਲੈ ਕੇ ਦਾਦੀ ਫਿਰ ਯੱਗੇ ਦੀ ਬਾਗਡੋਰ ਸਾਰੀ ਉਹਨਾਂ ਨੇ ਸੰਭਾਲੀ। ਔਰ ਉਹਨਾਂ ਦੇ ਕਾਰਜਕਾਲ ਦੇ ਦਰਮਿਆਨ ਸੇਵਾ ਬਹੁਤ ਹੋਈ, ਵੱਡੇ ਵੱਡੇ ਪ੍ਰੋਗਰਾਮ ਵੀ ਬਹੁਤ ਹੋਏ ਔਰभिन्न वर्गां ਦੀभिन्न ਐਸੋਸੀਏਸ਼ਨਸ ਦੀ ਬਹੁਤ ਸੇਵਾ ਹੈ ਜੀ। ਮਤਲਬ ਇੱਕ ਇੰਸਟੀਟਿਊਸ਼ਨ ਨੂੰ ਇੰਟਰਨੈਸ਼ਨਲ ਲੈਵਲ ਦੀ ਕਹੀਏ ਕਿ ਬਈ ਖਿਆਤੀ ਉਹ ਸਰੂਪ ਉਸ ਉਹਨਾਂ ਦੇ ਹੁੰਦਿਆਂ ਹੋਇਆ। ਕਿਉਂਕਿ ਸੰਨ 1969 ਤੋਂ ਜਨਵਰੀ ਤੋਂ 2007 ਤਾਈਂ ਉਹਨਾਂ ਨੇ ਹੈਡ ਆਫ ਦੀ ਇੰਸਟੀਟਿਊਸ਼ਨ ਦੇ ਨਾਤੇ ਸੇਵਾ ਦਿੱਤੀ ਜੀ ਭਾਜੀ। ਤੇ ਦਾਦੀ ਦੀ ਪਰਸਨੈਲਿਟੀ ਇਹੋ ਜਿਹੀ ਸੀ, ਵੱਡੇ ਹੋਣ ਯੰਗ ਹੋਣ ਬੱਚੇ ਹੋਣ ਸਭ ਦੇ ਨਾਲ ਇਹੋ ਜਿਹਾ ਉਹਨਾਂ ਦਾ ਇੱਕ ਨੈਚੁਰਲ ਨਿਸਵਾਰਥ ਭਾਵ ਦਾ ਪਿਆਰ ਜਿਹੜਾ ਸੀ ਉਹਦੇ ਕਰਕੇ ਹਰ ਕੋਈ ਦਾਦੀ ਨੂੰ ਹਮੇਸ਼ਾ ਸੋਚੇਗਾ ਮੇਰੀ ਦਾਦੀ। ਯੱਗ ਦੀ ਜਿਹੜੀ 150 ਸੈਂਟਰ ਸੀ ਜਦੋਂ ਬਾਬਾ ਅਵਿਅਕਤ ਹੋਏ ਔਰ ਜਦੋਂ ਦਾਦੀ ਅਵਿਅਕਤ ਹੋਈ ਉਹ 150 ਮਤਲਬ ਉਹ ਇੰਡੀਆ ਭਾਰਤ 'ਚ ਹੀ ਸੀ। ਬਾਹਰ ਦੋ ਜਗ੍ਹਾ ਸਿਰਫ ਮੁਰਲੀ ਜਾਂਦੀ ਸੀ, ਲੰਡਨ ਔਰ ਇੱਕ ਕੰਬੋਡੀਆ। ਲੇਕਿਨ ਜਦੋਂ ਦਾਦੀ ਅਵਿਅਕਤ ਹੋਈ ਤੇ 100 ਤੋਂ ਜ਼ਿਆਦਾ ਦੇਸ਼ਾਂ 'ਚ ਸੈਂਟਰ ਖੁੱਲ੍ਹ ਚੁੱਕੇ ਸੀ ਇਨ ਆਲ ਦ 5 ਕੰਟੀਨੈਂਟਸ। ਔਰ ਦਾਦੀ ਖੁਦ ਸਾਰੇ ਹਿੰਦੁਸਤਾਨ 'ਚ ਚੱਕਰ ਲਗਾਇਆ ਔਰ ਮੈਂ ਸਮਝਦਾ ਘੱਟ ਤੋਂ ਘੱਟ ਵੀ 3 ਵਾਰ
विदेशों च भी हर एक तरफ चक्कर लगाया उन्होंने। और जदों उधर गए कोई ना कोई नए और वर्गीकरण के हिसाब नाल बहुत अच्छे लोगों की सेवा होंदी सी। सेवा च अपने भारत दे प्रेजिडेंट, प्राइम मिनिस्टर, एहो जे भी सब VIPs आए। ज्ञानी जी आए सी, ज्ञानी जैल सिंह जी, वो खास दादी जी दे टाइम 1985 च आए सी माउंट आबू। उस टाइम तो मेरा जन्म भी नहीं होया था पाजी। नहीं होणगे वो पिछले जन्म च। और फिर मतलब बहुत ही दादी दा एक व्यक्तित्व इहो जिहा सी, परसनैलिटी इहो जी सी कि हर एक नूं विदिन नो टाइम अपनेपन दी भासना आउंदी सी। इस करके यही कहांगे कि दादी विश्व दी दादी प्रैक्टिकली असी देखी।